ਹੈਲੋ ਸਟੂਡੈਂਟਸ, ਅੱਜ ਆਪਾਂ ਪੜ੍ਹਾਂਗੇ ਅਗਲਾ ਟੌਪਿਕ ਮੋਲ ਕਨਸੈਪਟ। ਮੋਲ ਕਨਸੈਪਟ ਸੇਮ ਹੈ ਜਿਵੇਂ ਇੱਕ ਦਰਜਨ ਹੈ। ਜਿਸ ਤਰ੍ਹਾਂ ਇੱਕ ਦਰਜਨ ਦੇ ਵਿੱਚ 12 ਚੀਜ਼ਾਂ ਹੁੰਦੀਆਂ ਨੇ, ਉਹ ਚੀਜ਼ਾਂ ਕੋਈ ਵੀ ਹੋ ਸਕਦੀਆਂ ਨੇ, ਬੁੱਕਸ ਹੋ ਸਕਦੀਆਂ ਨੇ, ਪੈਨਸ ਹੋ ਸਕਦੇ ਨੇ, ਕੁਝ ਵੀ ਹੋ ਸਕਦਾ ਹੈ। ਸੇਮ ਹੀ ਇੱਕ ਮੋਲ ਦੇ ਵਿੱਚ 6.022 × 10⁻23 ਪਾਰਟੀਕਲਸ ਹੋ ਸਕਦੇ ਨੇ, ਜਿਹਨੂੰ ਆਪਾਂ ਐਵੋਗੈਡਰੋਸ ਨੰਬਰ ਬੋਲਦੇ ਹਾਂ, ਜਿਹਨੂੰ NA ਦੇ ਨਾਲ ਡਿਨੋਟ ਕਰਦੇ ਹਾਂ। ਅਗਰ 1 ਮੋਲ ਬੁੱਕਸ ਨੇ, ਇਟ ਮੀਨਸ ਇੰਨੀਆਂ ਸਾਰੀਆਂ ਬੁੱਕਸ ਹੋਣਗੀਆਂ। 1 ਮੋਲ ਕਾਪੀਜ਼ ਨੇ, ਇੰਨੀਆਂ ਸਾਰੀਆਂ ਕਾਪੀਜ਼ ਹੋਣਗੀਆਂ। 1 ਮੋਲ ਐਟਮਸ ਨੇ, ਇੰਨੇ ਸਾਰੇ ਐਟਮਸ ਹੋਣਗੇ। 1 ਮੋਲ ਮਾਲੀਕਿਊਲਸ ਨੇ, ਜਾਣੀ ਕਿ ਇੰਨੇ ਸਾਰੇ ਮਾਲੀਕਿਊਲਸ ਹੋਣਗੇ। ਹੁਣ ਅੱਗੇ ਆਪਾਂ ਪੜ੍ਹਦੇ ਹਾਂ ਕਿ ਮੋਲ ਕਨਸੈਪਟ ਅਟੋਮਿਕ ਮਾਸ ਨਾਲ, ਮੋਲੀਕੂਲਰ ਮਾਸ ਨਾਲ ਕਿੱਦਾਂ ਰਿਲੇਟ ਕਰਦਾ ਹੈ। 1 ਮੋਲ ਜਿਹੜਾ ਹੋਏਗਾ ਉਹ ਅਟੋਮਿਕ ਮਾਸ ਦੇ ਇਕੁਅਲ ਹੋਏਗਾ, ਜਾਣੀ ਕਿ ਅਟੋਮਿਕ ਮਾਸ 1 ਮੋਲ ਹੈ, ਜਾਣੀ ਕਿ ਉਹਦੇ ਵਿੱਚ ਇੰਨੇ ਸਾਰੇ ਐਟਮਸ ਹੋਣਗੇ। 1 ਮੋਲ ਮੋਲੀਕੂਲਰ ਮਾਸ ਦੇ ਵੀ ਇਕੁਅਲ ਹੈ, ਜਾਣੀ ਕਿ ਅਗਰ ਮੋਲੀਕੂਲਰ ਮਾਸ ਹੈ ਆਪਣੇ ਕੋਲ ਕਿਸੇ ਵੀ ਮੋਲੀਕਿਊਲ ਦਾ, ਇਟ ਮੀਨਸ ਉਹ 1 ਮੋਲ ਹੋਏਗਾ। ਇਟ ਮੀਨਸ ਉਹਦੇ ਵਿੱਚ ਇੰਨੇ ਸਾਰੇ ਮੋਲੀਕਿਊਲਸ ਹੋਣਗੇ। ਸੇਮ ਹੀ ਗੈਸਸ ਦੇ ਲਈ STP ਜਾਂ NTP ਤੇ STP ਜਾਣੀ ਕਿ ਸਟੈਂਡਰਡ ਟੈਂਪਰੇਚਰ ਐਂਡ ਪ੍ਰੈਸ਼ਰ, ਐਂਡ NTP ਨਾਰਮਲ ਟੈਂਪਰੇਚਰ ਐਂਡ ਪ੍ਰੈਸ਼ਰ। ਅਗਰ ਆਪਾਂ ਇਸ ਕੰਡੀਸ਼ਨ ਦੇ ਉੱਪਰ ਗੈਸ ਨੂੰ ਕਲੈਕਟ ਕਰਦੇ ਹਾਂ, 22.4 ਲੀਟਰ ਗੈਸ ਆਉਂਦੀ ਹੈ, ਤਾਂ ਉਹ ਗੈਸ ਵੀ 1 ਮੋਲ ਦੇ ਇਕੁਅਲ ਹੋਏਗੀ। ਮੀਨਸ 22.4 ਲੀਟਰ ਕੋਈ ਗੈਸ ਕਲੈਕਟ ਜਿਹੜੀ ਕੀਤੀ ਹੈ, ਉਹਦੇ ਵਿੱਚ 1 ਮੋਲ ਗੈਸ ਦੇ ਪਾਰਟੀਕਲਸ ਹੋਣਗੇ। ਤੇ ਹੈਗਾ ਜੀ ਮੋਲ ਕਨਸੈਪਟ। ਠੀਕ ਹੈ, ਨੈਕਸਟ ਆਪਾਂ ਕੁਝ ਨਿਊਮੈਰੀਕਲਸ ਕਰਕੇ ਵੇਖਦੇ ਹਾਂ, ਉਹਦੇ ਬੇਸਿਸ 'ਤੇ ਆਪਾਂ ਕਰ ਲਾਂਗੇ। ਵੈਸੇ ਅਗਰ 1 ਮੋਲ ਨੂੰ ਡਿਫਾਈਨ ਕੀਤਾ ਜਾਂਦਾ ਤਾਂ 1 ਮੋਲ ਕੀ ਹੈ? ਨੰਬਰ ਆਫ ਪਾਰਟੀਕਲਸ ਪ੍ਰੈਜ਼ੈਂਟ ਇਨ 12 ਗ੍ਰਾਮ ਆਫ ਕਾਰਬਨ 12, ਜਾਣੀ ਕਿ ਕਾਰਬਨ ਦੇ 12 ਆਈਸੋਟੋਪ ਦੇ ਵਿੱਚ ਕਿੰਨੇ ਕਾਰਬਨ ਦੇ ਪਾਰਟੀਕਲਸ ਪ੍ਰੈਜ਼ੈਂਟ ਨੇ, ਉਹਨੂੰ ਆਪਾਂ 1 ਮੋਲ ਮੰਨਦੇ ਹਾਂ। ਇਹਦੀ ਡੈਫੀਨੇਸ਼ਨ ਵੀ ਹੈ। ਠੀਕ ਹੈ ਜੀ। ਤਾਂ ਨੈਕਸਟ ਹੈ ਕਾਰਬਨ ਹੈ। ਕਾਰਬਨ ਬਾਰੇ ਆਪਾਂ ਡਿਸਕਸ ਕਰਦੇ ਹਾਂ। ਅਟੋਮਿਕ ਮਾਸ ਕਾਰਬਨ ਦਾ ਹੈਗਾ 12U ਜਾਂ 12 ਅਟੋਮਿਕ ਮਾਸ ਯੂਨਿਟ। ਅਗਰ ਆਪਾਂ ਅਟੋਮਿਕ ਮਾਸ ਯੂਨਿਟ ਨੂੰ, ਜਿਹੜਾ ਕਿ ਆਪਾਂ ਪਿਛਲੇ ਲੈਕਚਰ ਦੇ ਵਿੱਚ ਸਟੱਡੀ ਕੀਤਾ ਸੀ, 12 AMU ਨੂੰ ਗ੍ਰਾਮ ਦੇ ਵਿੱਚ ਲਿਖਣਾ ਹੋਵੇ, ਉਹਨੂੰ ਆਪਾਂ ਬੋਲਾਂਗੇ ਗ੍ਰਾਮ ਅਟੋਮਿਕ ਮਾਸ। ਤਾਂ ਗ੍ਰਾਮ ਅਟੋਮਿਕ ਮਾਸ ਹੋ ਗਿਆ 12 ਗ੍ਰਾਮ ਪਰ ਮੋਲ। ਇਹਦਾ ਮਤਲਬ ਕੀ ਹੈ ਕਿ ਅਗਰ ਆਪਣੇ ਕੋਲੇ ਕਾਰਬਨ ਦਾ 1 ਮੋਲ ਹੋਇਆ, ਉਹ 12 ਗ੍ਰਾਮ ਕਾਰਬਨ ਦੇ ਬਰਾਬਰ ਹੈ। ਜਾਂ ਆਪਾਂ ਇਹ ਬੋਲ ਸਕਦੇ ਹਾਂ ਕਿ 12 ਗ੍ਰਾਮ ਕਾਰਬਨ ਦੇ ਵਿੱਚ 6.022 × 10⁻23 ਕਾਰਬਨ ਦੇ ਐਟਮਸ ਪ੍ਰੈਜ਼ੈਂਟ ਹੋਣਗੇ। ਠੀਕ ਹੈ ਜੀ, ਕਲੀਅਰ। ਤਾਂ ਜਦੋਂ ਵੀ ਕਿਸੇ ਦੇ ਐਟੋਮਿਕ ਮਾਸ ਨੂੰ ਜਾਂ ਮੋਲੀਕੂਲਰ ਮਾਸ ਨੂੰ ਅੱਗੇ ਤੋਂ ਤੁਸੀਂ ਰਾਈਟ ਕਰਨਾ, ਤਾਂ ਉਹਨੂੰ ਹਮੇਸ਼ਾ ਇੱਦਾਂ ਹੀ ਰਾਈਟ ਕਰਨਾ 12 ਗ੍ਰਾਮ ਪਰ ਮੋਲ। ਗ੍ਰਾਮ ਪਰ ਮੋਲ ਮੀਨਸ ਇਹ ਜ਼ਰੂਰੀ ਹੈ ਲਾਉਣਾ, ਮੀਨਸ ਉਹ 1 ਮੋਲ ਦੀ ਵੈਲਿਊ ਹੈ। ਸੇਮ ਹੀ ਸੋਡੀਅਮ ਹੈ। ਸੋਡੀਅਮ ਦਾ ਜਿਹੜਾ ਐਟੋਮਿਕ ਮਾਸ ਹੈ, ਜਿਹੜਾ ਆਪਾਂ ਪੜ੍ਹਦੇ ਰਹੇ ਹਾਂ, ਉਹ 23 ਹੁੰਦਾ, ਜਾਣੀ ਕਿ 23 ਗ੍ਰਾਮ ਪਰ ਮੋਲ। ਅਗਰ ਆਪਣੇ ਕੋਲ 1 ਮੋਲ ਸੋਡੀਅਮ ਹੈ, ਇਟ ਮੀਨਸ 23 ਗ੍ਰਾਮ ਆਫ ਸੋਡੀਅਮ ਹੈ। ਇਟ ਮੀਨਸ ਉਹਦੇ ਵਿੱਚ ਇੰਨੇ ਸਾਰੇ ਸੋਡੀਅਮ ਦੇ ਐਟਮਸ ਪ੍ਰੈਜ਼ੈਂਟ ਹੋਣਗੇ। ਕਲੀਅਰ ਹੈ ਜੀ। ਨਾਓ ਨੈਕਸਟ ਹੈ ਵਾਟਰ। ਵਾਟਰ ਇੱਕ ਮੋਲੀਕਿਊਲ ਹੈ। ਵਾਟਰ ਦਾ ਮੋਲੀਕੂਲਰ ਮਾਸ ਕਿੰਨਾ ਹੋਏਗਾ? 18 ਗ੍ਰਾਮ ਪਰ ਮੋਲ। ਸੋ ਦਾ ਮੋਲੀਕੂਲਰ ਮਾਸ ਆਫ ਵਾਟਰ ਇਜ਼ 18 ਗ੍ਰਾਮ ਪਰ ਮੋਲ। ਅਗਰ ਆਪਾਂ 1 ਮੋਲ ਵਾਟਰ ਦਾ ਕਲੈਕਟ ਕਰਦੇ ਹਾਂ, ਇਟ ਮੀਨਸ 18 ਗ੍ਰਾਮ ਵਾਟਰ ਉਹਦੇ ਵਿੱਚ ਪ੍ਰੈਜ਼ੈਂਟ ਹੋਏਗਾ। ਇਟ ਮੀਨਸ 6.022 × 10⁻23 ਵਾਟਰ ਦੇ ਮੋਲੀਕਿਊਲਸ ਉਹਦੇ ਵਿੱਚ ਪ੍ਰੈਜ਼ੈਂਟ ਹੋਣਗੇ। ਸੇਮ ਹੀ ਅੱਗੇ ਕਾਰਬਨ ਡਾਈਆਕਸਾਈਡ ਹੈ। ਕਾਰਬਨ ਡਾਈਆਕਸਾਈਡ ਦਾ ਮੋਲੀਕੂਲਰ ਮਾਸ ਹੋਏਗਾ 44 ਗ੍ਰਾਮ ਪਰ ਮੋਲ। ਅਗਰ ਆਪਾਂ ਕਾਰਬਨ ਡਾਈਆਕਸਾਈਡ ਨੂੰ 22.4 ਲੀਟਰ ਇੱਕ ਕੰਟੇਨਰ ਦੇ ਵਿੱਚ ਪਾ ਕੇ ਰੱਖਾਂਗੇ, ਤਾਂ ਉਹ 1 ਮੋਲ ਕਾਰਬਨ ਡਾਈਆਕਸਾਈਡ ਮੋਲੀਕਿਊਲਸ ਦੇ ਬਰਾਬਰ ਹੋਏਗਾ। ਠੀਕ ਹੈ, ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ 44 ਗ੍ਰਾਮ ਆਫ ਕਾਰਬਨ ਡਾਈਆਕਸਾਈਡ ਦੇ ਬਰਾਬਰ ਹੋਏਗਾ। ਮੀਨਸ ਇਹ ਕੁਝ ਰਿਲੇਸ਼ਨਸ ਬੰਦੇ ਨੇ ਅਟੋਮਿਕ ਮਾਸ ਦੇ ਮੋਲ ਦੇ ਨਾਲ, ਮੋਲੀਕੂਲਰ ਮਾਸ ਦੇ ਮੋਲ ਦੇ ਨਾਲ, ਤੇ ਵੋਲੀਅਮ ਦਾ ਮੋਲ ਦੇ ਨਾਲ। ਠੀਕ ਹੈ ਜੀ। ਇਹ ਰਿਲੇਸ਼ਨ ਅਗਰ ਤੁਸੀਂ ਚੰਗੀ ਤਰ੍ਹਾਂ ਪੜ੍ਹ ਲਓਗੇ, ਤਾਂ ਅੱਗੇ ਜਿਹੜੇ ਨਿਊਮੈਰੀਕਲਸ ਨੇ ਉਹ ਇਹਨਾਂ ਦੇ ਬੇਸਿਸ 'ਤੇ ਨੇ। ਫੋਰ ਐਗਜ਼ਾਮਪਲ ਆਪਣੇ ਕੋਲ ਫਸਟ ਨਿਊਮੈਰੀਕਲ ਹੈ, ਇਹਦੇ ਵਿੱਚ ਪੁੱਛਿਆ ਹੋਇਆ ਕਿ ਹਾਊ ਮੈਨੀ ਐਟਮਸ ਪ੍ਰੈਜ਼ੈਂਟ ਇਨ 24 ਗ੍ਰਾਮ ਆਫ ਕਾਰਬਨ। ਕਾਰਬਨ 24 ਗ੍ਰਾਮ ਹੈ, ਜਾਣੀ ਕਿ ਕਾਰਬਨ ਨੂੰ 24 ਗ੍ਰਾਮ ਵੇਇੰਗ ਕਰ ਲਈ। 24 ਗ੍ਰਾਮ ਕਾਰਬਨ ਦੇ ਵਿੱਚ ਕਿੰਨੇ ਕਾਰਬਨ ਦੇ ਐਟਮਸ ਪ੍ਰੈਜ਼ੈਂਟ ਹੋਣਗੇ, ਇਹਨਾਂ ਨੇ ਪੁੱਛ ਲਿਆ। ਆਪਾਂ ਨੂੰ ਕੀ ਚੀਜ਼ ਪਤਾ? ਦੇਖੋ
ਕਾਰਬਨ ਦਾ ਐਟੋਮਿਕ ਮਾਸ 12 ਗ੍ਰਾਮ ਪਰ ਮੋਲ ਹੈ, ਯਾਨੀ ਕਿ 12 ਗ੍ਰਾਮ ਅਗਰ ਕਾਰਬਨ ਹੋਏਗਾ ਆਪਣੇ ਕੋਲੇ, ਉਹਦੇ ਵਿੱਚ 1 ਮੋਲ ਕਾਰਬਨ ਹੋਣਗੇ, 1 ਮੋਲ ਕਾਰਬਨ ਐਟਮਸ, ਜਿਨ੍ਹਾਂ ਦੀ ਗਿਣਤੀ ਕੀ ਆ 6.022 × 10⁻23 ਕਾਰਬਨ ਐਟਮਸ, ਯਾਨੀ ਕਿ 12 ਗ੍ਰਾਮ ਕਾਰਬਨ ਦੇ ਵਿੱਚ ਇੰਨੇ ਕਾਰਬਨ ਦੇ ਐਟਮਸ ਨੇ। 1 ਗ੍ਰਾਮ 'ਚ ਕਿੰਨੇ ਹੋਣਗੇ, 12 ਨਾਲ ਡਿਵਾਈਡ ਕਰਤਾ, 24 'ਚ ਕਿੰਨੇ ਹੋਣਗੇ, ਦੁੱਗਣੇ ਹੋਣਗੇ, ਯਾਨੀ ਕਿ 2 ਮੋਲ ਆ ਗਿਆ ਕੈਲਕੂਲੇਟ ਕਰਕੇ। ਕਲੀਅਰ? ਇੱਦਾਂ ਸੌਖੇ ਸੌਖੇ ਜਿਹੇ ਨਿਊਮੈਰੀਕਲ ਨੇ। ਸੇਮ ਹੀ ਅਗਲਾ ਨਿਊਮੈਰੀਕਲ ਹੈ, ਕੈਲਕੂਲੇਟ ਦਾ weight ਆਫ 100 ਐਟਮਸ ਆਫ ਕਾਰਬਨ। ਪਹਿਲੇ ਨਿਊਮੈਰੀਕਲ 'ਚ ਕੀ ਸੀਗਾ ਕਿ ਆਪਣੇ ਕੋਲੇ weight ਦਿੱਤਾ ਸੀ, ਗਿਣਤੀ ਪਤਾ ਕਰਨੀ ਸੀ ਪਾਰਟੀਕਲਸ ਦੀ। ਇੱਥੇ ਆਪਣੇ ਕੋਲੇ ਕੀ ਹੈ, ਗਿਣਤੀ ਦਿੱਤੀ ਹੈ, weight ਪਤਾ ਕਰਨਾ ਹੈ। ਉਲਟ ਹੈ ਉਹਦੇ ਨਾਲੋਂ। ਅਗਰ ਆਪਣੇ ਕੋਲੇ ਕਾਰਬਨ ਦੇ ਇੰਨੇ ਸਾਰੇ ਐਟਮਸ ਹੋਣਗੇ ਤਾਂ ਉਹਨਾਂ ਦਾ weight 12 ਗ੍ਰਾਮ ਹੈ। ਕਾਰਬਨ ਦੇ ਇੱਕ ਐਟਮ ਦਾ weight ਕਿੰਨਾ ਹੋ ਗਿਆ ਫਿਰ 12/1। ਕਾਰਬਨ ਦੇ 100 ਪਾਰਟੀਕਲਸ ਦਾ ਕਿੰਨਾ weight ਹੋ ਗਿਆ ਫਿਰ 100 ਨਾਲ ਮਲਟੀਪਲਾਈ ਕਰ ਦਿਓ। ਸਿੰਪਲ ਮੈਥ ਹੈ, ਜਸਟ ਹੋਰ ਕੁਛ ਨਹੀਂ ਹੈ। ਠੀਕ ਹੈ ਜੀ, ਇਹਨੂੰ ਕੈਲਕੂਲੇਟ ਕਰ ਸਕਦੇ ਹੋ। ਨੈਕਸਟ ਆ ਗਿਆ ਕੈਲਕੂਲੇਟ ਦਾ ਨੰਬਰ ਆਫ ਮੋਲੀਕਿਊਲਸ ਪ੍ਰੈਜ਼ੈਂਟ ਇਨ 9 ਗ੍ਰਾਮ ਆਫ ਵਾਟਰ। ਵਾਟਰ ਹੈ 9 ਗ੍ਰਾਮ ਕਲੈਕਟ ਕੀਤਾ ਹੈ, ਉਹਦੇ ਵਿੱਚ ਕਿੰਨੇ ਵਾਟਰ ਦੇ ਮੋਲੀਕਿਊਲਸ ਪ੍ਰੈਜ਼ੈਂਟ ਨੇ ਉਹ ਆਪਾਂ ਫਾਈਂਡ ਆਊਟ ਕਰਨੇ ਨੇ। ਅਗਰ ਆਪਣੇ ਕੋਲ 18 ਗ੍ਰਾਮ ਵਾਟਰ ਹੋਵੇ, ਇਟ ਮੀਨਸ 1 ਮੋਲ ਆਫ ਵਾਟਰ ਮੋਲੀਕਿਊਲਸ ਨੇ, ਕਿਉਂਕਿ ਵਾਟਰ ਦਾ ਮੋਲੀਕੂਲਰ ਮਾਸ ਹੈਗਾ 18 ਗ੍ਰਾਮ ਪਰ ਮੋਲ। ਅਗਰ ਆਪਣੇ ਕੋਲ 18 ਗ੍ਰਾਮ ਵਾਟਰ ਹੈ ਤਾਂ ਉਹਦੇ ਵਿੱਚ ਇੰਨੇ ਸਾਰੇ ਮੋਲੀਕਿਊਲਸ ਨੇ ਵਾਟਰ ਦੇ। 1 ਗ੍ਰਾਮ 'ਚ ਇੰਨੇ ਆ ਜਾਣਗੇ, 9 ਗ੍ਰਾਮ 'ਚ ਕਿੰਨੇ ਆ ਜਾਣਗੇ ਫਿਰ ਉਹ ਤੋਂ ਹਾਫ। ਕਲੀਅਰ? ਤਾਂ ਇਦਾਂ ਦੇ ਨਿਊਮੈਰੀਕਲਸ ਨੇ। ਤਾਂ 1 ਮੋਲ ਕੀ ਹੁੰਦਾ, ਇੱਕ ਐਟੋਮਿਕ ਮਾਸ ਯੂਨਿਟ ਕੀਤਾ ਸੀ ਆਪਾਂ ਨੇ, ਐਟੋਮਿਕ ਮਾਸ ਇਨ ਦਾ ਫਾਰਮ ਆਫ ਐਟੋਮਿਕ ਮਾਸ ਯੂਨਿਟ, ਜਿਹਨੂੰ ਆਪਾਂ ਬਾਅਦ ਦੇ ਵਿੱਚ ਯੂ ਨਾਲ ਡਿਨੋਟ ਕੀਤਾ ਸੀ। ਅੱਜ ਆਪਾਂ ਨੇ ਪੜ੍ਹਿਆ ਮੋਲ ਕਨਸੈਪਟ। 1 ਮੋਲ ਦੀ ਵੈਲਿਊ ਕੀ ਹੁੰਦੀ ਹੈ, 1 ਮੋਲ ਨੂੰ ਡਿਫਾਈਨ ਕਿਵੇਂ ਕਰਨਾ। 1 ਮੋਲ ਨੂੰ ਡਿਫਾਈਨ ਕਰਨਾ ਹੈ ਨੰਬਰ ਆਫ ਕਾਰਬਨ ਐਟਮਸ ਪ੍ਰੈਜ਼ੈਂਟ ਇਨ 12 ਗ੍ਰਾਮ ਆਫ ਕਾਰਬਨ 12। ਕਾਰਬਨ ਦੇ 12 ਆਈਸੋਟੋਪ ਦੇ ਵਿੱਚ ਕਿੰਨੇ ਕਾਰਬਨ ਪਾਰਟੀਕਲਸ ਪ੍ਰੈਜ਼ੈਂਟ ਨੇ, ਉਹਨੂੰ ਆਪਾਂ ਬੋਲ ਦਿੰਦੇ ਹਾਂ 1 ਮੋਲ, ਜਿਹਨੂੰ ਆਪਾਂ ਐਵੋਗੈਡਰੋਸ ਨੰਬਰ ਵੀ ਬੋਲ ਦਿੰਦੇ ਹਾਂ, NA ਦੇ ਨਾਲ ਇਹਨੂੰ ਆਪਾਂ ਡਿਨੋਟ ਕਰ ਦਿੰਦੇ ਹਾਂ। ਠੀਕ ਹੈ ਵੀ? ਤਾਂ ਇਹ ਤੁਸੀਂ ਅੱਜ ਚੰਗੀ ਤਰ੍ਹਾਂ ਪੜ੍ਹ ਲੈਣਾ। ਇਹਦੇ ਨਿਊਮੈਰੀਕਲਸ ਜਿੰਨੇ ਹੋ ਸਕਦੇ ਆ ਕਰਕੇ ਵੇਖਣੇ ਨੇ, ਅਦਰਵਾਈਜ਼ ਮੈਂ ਅਗਲੇ ਲੈਕਚਰ ਦੇ ਵਿੱਚ ਸਾਰੇ ਕਰਵਾਵਾਂਗਾ। ਤਾਂ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ। ਟੇਕ ਕੇਅਰ, ਬਾਏ ਬਾਏ।